Hello students, welcome again in my class. ਅੱਜ ਆਪਾਂ 10th ਕਲਾਸ ਦੀ ਸਾਇੰਸ ਚੈਪਟਰ 1 ਦਾ ਪਾਰਟ 2 ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਪਾਰਟ 1 ਦੇ ਵਿੱਚ ਆਪਾਂ ਕੈਮੀਕਲ ਰਿਐਕਸ਼ਨ ਕੀ ਹੁੰਦਾ ਹੈ ਉਹ ਪੜ੍ਹਿਆ ਸੀਗਾ ਤੇ ਕੈਮੀਕਲ ਰਿਐਕਸ਼ਨ ਦੀਆਂ ਪ੍ਰੋਪਰਟੀਜ਼ ਪੜ੍ਹੀਆਂ ਸੀਗੀਆਂ। ਅੱਜ ਆਪਾਂ ਕੈਮੀਕਲ ਇਕੁਏਸ਼ਨ ਕੀ ਹੁੰਦੀ ਆ ਤੇ ਬੈਲੈਂਸਡ ਕੈਮੀਕਲ ਇਕੁਏਸ਼ਨ ਕੀ ਹੁੰਦੀ ਆ, ਇਹ ਦੋ ਚੀਜ਼ਾਂ ਪੜ੍ਹਾਂਗੇ। ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਰਿਆਂ ਨੂੰ ਪਹਿਲਾਂ ਆਪਣੇ ਕੋਲ ਆ ਕੈਮੀਕਲ ਇਕੁਏਸ਼ਨਸ। ਕੈਮੀਕਲ ਇਕੁਏਸ਼ਨ ਹੁੰਦੀਆਂ ਕੀ ਹੈ, ਠੀਕ ਆ। ਵੈਨ ਵੀ ਰਾਈਟ ਅ ਕੈਮੀਕਲ ਰਿਐਕਸ਼ਨ ਇਨ ਅ ਸਿੰਬੋਲਿਕ ਫਾਰਮ, ਜਦੋਂ ਆਪਾਂ ਕਿਸੇ ਰਿਐਕਸ਼ਨ ਨੂੰ ਸਿੰਬੋਲਿਕ ਫਾਰਮ ਮਤਲਬ ਚਿੰਨ੍ਹਾਂ ਦੇ ਰੂਪ ਦੇ ਵਿੱਚ ਲਿਖਦੇ ਹਾਂ। ਕੋਈ ਰਿਐਕਸ਼ਨ ਹੋਇਆ, ਰਸਾਇਣਿਕ ਕਿਰਿਆ ਹੋਈ ਹੈ, ਕੋਈ ਕੈਮੀਕਲ ਰਿਐਕਸ਼ਨ ਹੋਇਆ, ਉਹਨੂੰ ਆਪਾਂ ਸਿੰਬਲਾਂ ਦੀ ਵਰਤੋਂ ਕਰਕੇ ਲਿਖਣਾ ਚਾਹੁੰਦੇ ਹਾਂ, ਉਹਨੂੰ ਆਪਾਂ ਰਿਪਰਜੈਂਟ ਕਰਨਾ ਚਾਹੁੰਦੇ ਹਾਂ। that description of a chemical reaction is known as a chemical equation। ਉਹ ਜਿਹੜੀ ਆਪਾਂ ਕਿਸੇ ਕੈਮੀਕਲ ਰਿਐਕਸ਼ਨ ਦੀ ਡਿਸਕ੍ਰਿਪਸ਼ਨ ਦੇਵਾਂਗੇ ਆਪਾਂ, ਉਹ ਕੀ ਕਹਾਉਂਦੀ ਹੈ, ਕੈਮੀਕਲ ਇਕੁਏਸ਼ਨ ਕਹਾਉਂਦੀ ਹੈ, ਠੀਕ ਆ। ਆਪਾਂ ਕਿਸੇ ਕੈਮੀਕਲ ਰਿਐਕਸ਼ਨ ਨੂੰ ਸਿੰਬਲਾਂ ਦੀ ਚਿੰਨ੍ਹਾਂ ਦੀ ਵਰਤੋਂ ਕਰਕੇ ਲਿਖਣਾ ਚਾਹੁੰਦੇ ਹਾਂ, ਉਹਨੂੰ ਆਪਾਂ ਡਿਸਕ੍ਰਾਈਬ ਕਰਨਾ ਚਾਹੁੰਦੇ ਹਾਂ, ਉਹਦੇ ਬਾਰੇ ਦੱਸਣਾ ਚਾਹੁੰਦੇ ਹਾਂ ਆਪਾਂ, ਉਹਨੂੰ ਆਪਾਂ ਕੀ ਕਹਾਂਗੇ, ਕੈਮੀਕਲ ਇਕੁਏਸ਼ਨ। ਫੋਰ ਐਗਜ਼ਾਮਪਲ, reaction of a magnesium with oxygen to form magnesium oxide can be described in a symbolic form। ਹਾਂਜੀ, ਮੈਗਨੀਸ਼ੀਅਮ ਦਾ ਤੇ ਆਕਸੀਜਨ ਦਾ ਜਿਹੜਾ ਰਿਐਕਸ਼ਨ ਆ ਮੈਗਨੀਸ਼ੀਅਮ ਆਕਸਾਈਡ ਬਣਾਉਣ ਦੇ ਲਈ, ਉਹਨੂੰ ਆਪਾਂ ਸਿੰਬਲਾਂ ਦੀ ਫਾਰਮ ਦੇ ਵਿੱਚ ਡਿਸਕ੍ਰਾਈਬ ਕਰ ਸਕਦੇ ਹਾਂ। ਉਹ ਕਿਵੇਂ ਕਰ ਸਕਦੇ ਹਾਂ, ਉਹਦੇ ਦੋ ਤਰੀਕੇ ਆ। ਜਾਂ ਤਾਂ ਆਪਾਂ ਜਮਾਂ ਸਿੰਬਲ ਪਾ ਸਕਦੇ ਹਾਂ, ਜਾਂ ਆਪਾਂ ਕੀ ਪਾ ਸਕਦੇ ਹਾਂ, ਸ਼ਬਦਿਕ ਰੂਪ ਵੀ ਪਾ ਸਕਦੇ ਹਾਂ। ਜਿਵੇਂ ਮੈਂ ਪਹਿਲਾਂ ਪਾਇਆ ਹੈਗਾ, ਮੈਗਨੀਸ਼ੀਅਮ ਪਲੱਸ ਆਕਸੀਜਨ ਤੋਂ ਮਿਲ ਕੇ ਕੀ ਬਣ ਗਿਆ, ਮੈਗਨੀਸ਼ੀਅਮ ਆਕਸਾਈਡ। ਇਹ ਇਹਦੀ ਵਰਡ ਇਕੁਏਸ਼ਨ ਆ, ਇਹਦੇ ਵਿੱਚ ਆਪਾਂ ਸਿੰਬਲ ਨਹੀਂ ਵਰਤੇ, ਇਹਦੇ ਵਿੱਚ ਆਪਾਂ ਵਰਡ ਵਰਤੇ ਆ। ਮੈਗਨੀਸ਼ੀਅਮ ਦੇ ਲਈ ਮੈਗਨੀਸ਼ੀਅਮ ਪਾਤਾ, ਪਲੱਸ ਵੀ ਇਹਨਾਂ ਦੋਨਾਂ ਨੂੰ ਮਿਲਾਇਆ ਗਿਆ, ਵਿਚਾਲੇ ਪਲੱਸ ਪਾਤਾ, ਆਕਸੀਜਨ ਪਾਤੀ, ਠੀਕ ਆ। ਐਰੋ ਹੈਡ ਲੱਗ ਗਏ ਵੀ ਇਹਨਾਂ ਦੋਨਾਂ ਤੋਂ ਕੀ ਬਣਿਆ, ਮੈਗਨੀਸ਼ੀਅਮ ਆਕਸਾਈਡ ਪਾਤਾ। ਪਰ ਇਸ ਡਿਸਕ੍ਰਿਪਸ਼ਨ ਨੂੰ ਆਪਾਂ ਹੋਰ ਵੀ ਸੌਖਾ ਕਰ ਸਕਦੇ ਹਾਂ। ਇਹ ਪੂਰਾ ਸ਼ਬਦ ਲਿਖਣ ਦੀ ਬਜਾਏ ਇਹਦਾ ਸਿੰਬਲ ਲਿਖ ਦਿਓ ਇਕੱਲਾ। ਮੈਗਨੀਸ਼ੀਅਮ ਦੇ ਲਈ Mg ਤੇ ਆਕਸੀਜਨ ਦੇ ਲਈ O2। ਐਰੋ ਹੈਡ ਲਾ ਕੇ ਮੈਗਨੀਸ਼ੀਅਮ ਆਕਸਾਈਡ ਦਾ ਕੀ ਲਿਖ ਦਿਓ, ਫਾਰਮੂਲਾ ਲਿਖ ਦਿਓ MgO, ਠੀਕ ਹੈ ਜੀ। ਰਿਐਕਸ਼ਨ ਦੇ ਕੋਈ ਵੀ ਇਕੁਏਸ਼ਨ ਹੋਵੇ, ਉਹਦੇ ਜਿਹੜੇ ਖੱਬੇ ਪਾਸੇ ਚੀਜ਼ਾਂ ਪਈਆਂ ਹੁੰਦੀਆਂ ਨੇ ਉਹ ਰਿਐਕਟੈਂਟਸ ਹੁੰਦੇ ਆ, ਤੇ ਜਿਹੜੇ ਐਰੋ ਦੇ ਸੱਜੇ ਪਾਸੇ ਹੋਣ ਰਾਈਟ ਹੈਂਡ ਸਾਈਡ, ਉਹ ਕੀ ਹੁੰਦੇ ਆਪਣੇ ਪ੍ਰੋਡਕਟ। ਰਿਐਕਟੈਂਟ ਕੀ ਹੁੰਦੇ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਜਿਹੜਾ ਆਪਣੇ ਕੋਲ ਕੋਈ ਵੀ ਰਿਐਕਸ਼ਨ ਕਰਾਉਣ ਦੇ ਲਈ ਸਟਾਰਟਿੰਗ ਮਟੀਰੀਅਲ ਹੁੰਦਾ, ਸ਼ੁਰੂ ਦੇ ਵਿੱਚ ਆਪਣੇ ਕੋਲ ਜਿਹੜੀਆਂ ਚੀਜ਼ਾਂ ਜਿਨ੍ਹਾਂ ਤੋਂ ਮਿਲਾ ਕੇ ਆਪਾਂ ਰਿਐਕਸ਼ਨ ਕਰਾਉਣਾ ਚਾਹੁੰਦੇ ਹਾਂ, ਉਹ ਕੀ ਹੁੰਦੇ, ਆਪਣੇ ਰਿਐਕਟੈਂਟ ਹੁੰਦੇ, ਠੀਕ ਆ। ਇਹ ਆਲਵੇਜ਼ ਲੈਫਟ ਹੈਂਡ ਸਾਈਡ ਹੀ ਲਿਖੇ ਜਾਣਗੇ, ਤੇ ਇਹ ਜੇ ਆਪਣੇ ਕੋਲ 2 ਹੋਣ ਜਾਂ 3 ਹੋਣ, ਇਹਨਾਂ ਨੂੰ ਲਿਖਣ ਦੇ ਲਈ ਆਪਾਂ ਨੂੰ ਇਹਨਾਂ ਦੇ ਵਿਚਾਲੇ ਪਲੱਸ ਪਾਉਣਾ ਪਵੇਗਾ, ਵੀ ਆਪਾਂ ਇਹਨਾਂ ਨੂੰ ਮਿਲਾ ਕੇ ਰਿਐਕਸ਼ਨ ਕਰਾਉਣ ਜਾ ਰਹੇ ਹਾਂ। ਪ੍ਰੋਡਕਟ ਜੋ ਆਪਾਂ ਰਿਐਕਟੈਂਟ ਪਾਏ ਆ ਉਹਨਾਂ ਤੋਂ ਮਿਲ ਕੇ ਆਪਣੇ ਕੋਲ ਕਿਹੜੀ ਚੀਜ਼ ਨਵੀਂ ਬਣ ਕੇ ਸਾਹਮਣੇ ਆਈ ਆ, ਉਹ ਆਪਣਾ ਪ੍ਰੋਡਕਟ ਹੁੰਦਾ। ਇਹ ਆਪਣੀ ਕੈਮੀਕਲ ਇਕੁਏਸ਼ਨ ਆ। Mg ਪਲੱਸ O2 ਆਪਾਂ ਨੂੰ ਕੀ ਦਿੰਦੀਆਂ ਨੇ, MgO, ਠੀਕ ਆ। ਮੈਗਨੀਸ਼ੀਅਮ ਤੇ ਆਕਸੀਜਨ ਮਿਲ ਕੇ ਮੈਗਨੀਸ਼ੀਅਮ ਆਕਸਾਈਡ ਆਪਣੇ ਕੋਲ ਬਣਾਉਂਦੇ, ਠੀਕ ਆ। ਕੈਮੀਕਲ ਅੱਗੇ ਆਪਣੇ ਕੋਲ ਕੀ ਆ, ਕੈਮੀਕਲ ਇਕੁਏਸ਼ਨ ਗਿਵਸ ਅਸ ਆਲ ਦਾ ਨੈਸੈਸਰੀ ਇਨਫੋਰਮੇਸ਼ਨ ਅਬਾਊਟ ਅ ਕੈਮੀਕਲ ਰਿਐਕਸ਼ਨ। ਜਿਹੜੀ ਕੈਮੀਕਲ ਇਕੁਏਸ਼ਨ ਹੁੰਦੀ ਆ, ਇਹ ਆਪਾਂ ਨੂੰ ਕਿਸੇ ਵੀ ਰਿਐਕਸ਼ਨ ਬਾਰੇ, ਜਿਹੜੀ ਵੀ ਰਿਐਕਸ਼ਨ ਦੀ ਇਕੁਏਸ਼ਨ ਹੋਊਗੀ, ਉਸ ਰਿਐਕਸ਼ਨ ਬਾਰੇ ਸਾਰੀ ਜ਼ਰੂਰੀ ਸੂਚਨਾ ਪ੍ਰਦਾਨ ਕਰਦੀ ਹੈ। ਜਿਵੇਂ ਕਿ ਆਹੀ ਐਗਜ਼ਾਮਪਲ ਲੈ ਲਓ, ਇਹਦੇ ਵਿੱਚ ਮੈਂ ਮੈਗਨੀਸ਼ੀਅਮ ਦੇ ਨਾਲ S ਪਾਈ ਆ, ਇਹ S ਦਾ ਮਤਲਬ ਹੈ ਸੋਲਿਡ, ਵੀ ਜਿਹੜੀ ਮੈਗਨੀਸ਼ੀਅਮ ਆ ਉਹ ਸੋਲਿਡ ਸਟੇਟ ਦੇ ਵਿੱਚ ਆ। ਅਤੇ O2 ਦੇ ਨਾਲ ਮੈਂ G ਪਾਈ ਆ, ਇਹ G ਦਾ ਮਤਲਬ ਹੈ ਗੈਸ, ਵੀ ਜਿਹੜੀ ਆਕਸੀਜਨ ਆ ਉਹ ਗੈਸ ਰੂਪ ਦੇ ਵਿੱਚ ਆ। ਤੇ MgO ਦੇ ਨਾਲ ਵੀ ਮੈਂ S ਪਾਈ ਆ, S ਦਾ ਮਤਲਬ ਵੀ ਇਹ ਸੋਲਿਡ ਰੂਪ 'ਚ ਆ, ਠੀਕ ਆ। ਇਸ ਤਰ੍ਹਾਂ ਕੈਮੀਕਲ ਇਕੁਏਸ਼ਨ ਕਿਸੇ ਵੀ ਕੈਮੀਕਲ ਰਿਐਕਸ਼ਨ ਦੇ ਬਾਰੇ ਵਿੱਚ ਆਪਾਂ ਨੂੰ ਸਾਰੀ ਜ਼ਰੂਰੀ ਸੂਚਨਾ ਪ੍ਰਦਾਨ ਕਰਦੀ ਹੈ। ਅੱਗੇ ਆ ਗਿਆ ਆਪਣੇ ਕੋਲ ਬੈਲੈਂਸਡ ਕੈਮੀਕਲ ਇਕੁਏਸ਼ਨ। A chemical equation in which number of atoms of each element is equal on both side। ਹਾਂਜੀ, ਇਹ ਜੀ ਕੈਮੀਕਲ ਇਕੁਏਸ਼ਨ ਜਿਹਦੇ ਵਿੱਚ ਐਟਮਾਂ ਦੀ ਗਿਣਤੀ
ਹਰੇਕ ਪ੍ਰਕਾਰ ਦੇ ਐਲੀਮੈਂਟ ਦੇ ਐਟਮਾਂ ਦੀ ਗਿਣਤੀ ਦੋਵੇਂ ਸਾਈਡਾਂ ਤੇ ਬਰਾਬਰ ਹੋਵੇ। ਠੀਕ ਹੈ ਜੀ, ਰਿਐਕਟੈਂਟ ਸਾਈਡ ਵੀ ਤੇ ਪ੍ਰੋਡਕਟ ਸਾਈਡ ਵੀ, ਹਰੇਕ ਪ੍ਰਕਾਰ ਦੇ ਐਲੀਮੈਂਟ ਦੇ ਜਿਹੜੇ ਐਟਮ ਆ ਉਹਨਾਂ ਦੀ ਗਿਣਤੀ ਕੀ ਹੋਵੇ, ਬਰਾਬਰ ਹੋਵੇ। ਅਜਿਹੀ ਇਕੁਏਸ਼ਨ ਨੂੰ ਆਪਾਂ ਬੈਲੈਂਸਡ ਕੈਮੀਕਲ ਇਕੁਏਸ਼ਨ ਕਹਾਂਗੇ। ਇਨ ਅਦਰ ਵਰਡਸ, ਹਾਂਜੀ, ਬੈਲੈਂਸਡ ਕੈਮੀਕਲ ਇਕੁਏਸ਼ਨ ਦੀ ਆਪਾਂ ਦੂਜੇ ਸ਼ਬਦਾਂ ਦੇ ਵਿੱਚ ਇੱਕ ਹੋਰ ਡੈਫੀਨੇਸ਼ਨ ਵੀ ਦੇਖ ਸਕਦੇ ਹਾਂ। ਉਹ ਕਿਵੇਂ ਆ? ਇਨ ਅਦਰ ਵਰਡਸ, number of atoms of each element remain same before and after the chemical reaction। ਹਾਂਜੀ, ਅਜਿਹੀ ਇਕੁਏਸ਼ਨ ਜਿਹਦੇ ਵਿੱਚ ਨੰਬਰ ਆਫ ਐਟਮ ਆਫ ਈਚ ਐਲੀਮੈਂਟ ਦੋਵੇਂ ਪਾਸੇ ਕੀ ਰਹਿਣ, ਸੇਮ ਰਹਿਣ। ਠੀਕ ਹੈ ਜੀ, ਅਜਿਹੀ ਇਕੁਏਸ਼ਨ ਨੂੰ ਵੀ ਆਪਾਂ ਕੀ ਕਹਾਂਗੇ, ਬੈਲੈਂਸਡ ਕੈਮੀਕਲ ਇਕੁਏਸ਼ਨ। ਇੱਕ ਇਹਦਾ ਪੇਪਰ ਦੇ ਵਿੱਚ ਐਂ ਕੁਐਸਚਨ ਆਉਂਦਾ ਹੁੰਦਾ ਆਪਣੇ ਕੋਲੇ ਵੀ ਬੈਲੈਂਸਡ ਕੈਮੀਕਲ ਇਕੁਏਸ਼ਨ ਕੀ ਆ ਅਤੇ ਇਸ ਨੂੰ ਬੈਲੈਂਸ ਕਰਨਾ ਕਿਉਂ ਜ਼ਰੂਰੀ ਹੁੰਦਾ। ਉਹ ਜਿਹੜਾ ਕਿਉਂ ਜ਼ਰੂਰੀ, ਬੈਲੈਂਸਡ ਕੈਮੀਕਲ ਇਕੁਏਸ਼ਨ ਕੀ ਹੁੰਦੀ ਆ ਉਹਦਾ ਤੁਹਾਨੂੰ ਪਤਾ ਲੱਗ ਹੀ ਗਿਆ। ਇਸ ਨੂੰ ਬੈਲੈਂਸ ਕਰਨਾ ਕਿਉਂ ਜ਼ਰੂਰੀ ਹੁੰਦਾ ਉਹ ਵੀ ਦੇਖ ਲਓ। ਵਾਈ ਇਟ ਇਜ਼ ਨੈਸੈਸਰੀ ਟੂ ਬੈਲੈਂਸ ਅ ਕੈਮੀਕਲ ਇਕੁਏਸ਼ਨ। ਕਿਸੇ ਕੈਮੀਕਲ ਇਕੁਏਸ਼ਨ ਨੂੰ ਬੈਲੈਂਸ ਕਰਨਾ ਕਿਉਂ ਜ਼ਰੂਰੀ ਹੁੰਦਾ ਹੈ। Chemical equation should always be balanced because law of conservation of mass holds good। ਹਾਂਜੀ, ਕੋਈ ਵੀ ਕੈਮੀਕਲ ਇਕੁਏਸ਼ਨ ਬੈਲੈਂਸ ਕਰਨੀ ਜ਼ਰੂਰੀ ਹੁੰਦੀ ਆ ਕਿਉਂਕਿ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਕੀ ਬੈਠਦਾ ਹੈਗਾ, ਫਿੱਟ ਬੈਠਦਾ ਉਹਦੇ ਲਈ। ਇਹ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਹੁੰਦਾ ਕੀ ਆ, ਮਾਸ ਕੈਨ ਨੀਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ। ਹਾਂਜੀ, ਜਿਹੜਾ ਮਾਸ ਆ, ਜਿਹੜਾ ਪੁੰਜ ਆ, ਉਹ ਕਦੇ ਵੀ ਨਾ ਤਾਂ ਪੈਦਾ ਕੀਤਾ ਜਾ ਸਕਦਾ ਅਤੇ ਨਾ ਹੀ ਖਤਮ। ਦੈਟ ਇਜ਼ ਦਾ ਟੋਟਲ ਮਾਸ ਆਫ ਰਿਐਕਟੈਂਟ ਹੈਜ਼ ਟੂ ਬੀ ਇਕੁਅਲ ਟੂ ਦਾ ਟੋਟਲ ਮਾਸ ਆਫ ਦੀ ਪ੍ਰੋਡਕਟ। ਇਸ ਲਈ ਕੀ ਹੋਣਾ ਚਾਹੀਦਾ ਵੀ ਰਿਐਕਸ਼ਨ ਦੇ ਵਿੱਚ ਜਿਹੜਾ ਰਿਐਕਟੈਂਟ ਦਾ ਟੋਟਲ ਮਾਸ ਆ ਉਹ ਪ੍ਰੋਡਕਟ ਦੇ ਟੋਟਲ ਮਾਸ ਦੇ ਹਮੇਸ਼ਾ ਬਰਾਬਰ ਰਹਿਣਾ ਚਾਹੀਦਾ। ਠੀਕ ਆ, ਇਸ ਕਰਕੇ ਆਪਾਂ ਨੂੰ ਕੈਮੀਕਲ ਇਕੁਏਸ਼ਨ ਹਮੇਸ਼ਾ ਬੈਲੈਂਸ ਕਰਨੀ ਪਵੇਗੀ। ਹਾਂਜੀ, ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਕੈਮੀਕਲ ਇਕੁਏਸ਼ਨ ਕੀ ਹੁੰਦੀ ਹੈ ਇਹ ਪੜ੍ਹਿਆ, ਇੱਕ ਬੈਲੈਂਸਡ ਕੈਮੀਕਲ ਇਕੁਏਸ਼ਨ ਕੀ ਹੁੰਦੀ ਆ ਤੇ ਇਹਨੂੰ ਬੈਲੈਂਸ ਕਰਨਾ ਕਿਉਂ ਜ਼ਰੂਰੀ ਆ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਸਮਝ ਲੱਗ ਗਿਆ ਹੋਵੇਗਾ।